क्लियर किया अज फिर डिक्लेयर कर दें व्यक्तिगत उस जथेबंदी का फैसला है, कोई बच्चों का फैसला नहीं। अपना अपना एरिया स्ट्रांग करने वाला हो गया ना। दुआबे के नौजवानों ने प्रेस कॉन्फ्रेंस करके एक गल महापंचायत दुआबे के तुसीं करने नहीं, उन्होंने तुसीं इजाजत नहीं देनी। आपको अपना एरिया स्ट्रांग करना है। सारे लोग कोई बड़ा मंच इत्थे नहीं समझा और रैलियां में जाके पंजाब दे विच लीडरशिप करनी उन ज्यादा चंगी लगदी। इत्थे लोकी लवार ते बैठे होए। देखो बेनती है भी ਅਸੀਂ 32 किसान ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਔਰ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਦੇ ਵਿੱਚ ਇਹਨਾਂ ਗੱਲਾਂ ਦਾ ਸੀਰੀਅਸ ਨੋਟ ਲਿਆ। ਸਾਡੀ ਰਾਏ ਇਹ ਹੈ ਵੀ ਅਸੀਂ ਮੋਰਚੇ ਨੂੰ ਇੱਥੇ ਮਜ਼ਬੂਤ ਕਰਨਾ ਹੈ। ਅਸੀਂ ਪੰਜਾਬ ਹਰਿਆਣਾ ਦੇ ਵਿੱਚ ਪੰਚਾਇਤਾਂ ਜਾਂ ਕਾਨਫਰੰਸਾਂ ਕਰਕੇ ਮੋਰਚੇ ਨੂੰ ਖੰਡਾਣਾ ਨਹੀਂ, ਅਸੀਂ ਲੋਕਾਂ ਨੂੰ ਇੱਥੇ ਲੈ ਕੇ ਆਉਣਾ ਹੈ। ਪੰਗੂ ਸਾਹਿਬ ਇਹ 1 ਮਿੰਟ ਇਸ ਬਾਰੇ ਅਸੀਂ ਬੜੀ ਚਰਚਾ ਕੀਤੀ ਹੈ, ਇਸ ਦਾ ਗੰਭੀਰ ਨੋਟਿਸ ਲਿਆ ਔਰ ਮੇਰਾ ਖਿਆਲ ਹੈ ਵੀ ਇਨ ਫਿਊਚਰ ਇਹ ਗੱਲਾਂ ਰਿਪੀਟ ਨਹੀਂ ਹੋਣਗੀਆਂ। ਬਾਕੀ 28 ਤਰੀਕ ਨੂੰ ਮੀਟਿੰਗ ਹੈ, ਉਹਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਤੁਹਾਨੂੰ ਉਸ ਤੋਂ ਬਾਅਦ ਜਾਣਕਾਰੀ ਦੇ ਦੇਵਾਂਗੇ। ਇਹ ਮੰਨਦੇ ਨੇ ਕਿ ਤੁਹਾਡੇ ਕੁਝ ਲੀਡਰਾਂ ਦਾ ਕੱਦ ਜਿਹੜਾ ਹੈਗਾ ਮੋਰਚੇ ਤੋਂ ਵੱਡਾ ਹੋ ਚੁੱਕਿਆ, ਦੂਜੇ ਜਥੇਬੰਦੀਆਂ ਤੋਂ ਵੱਡਾ ਹੋ ਚੁੱਕਿਆ, ਇਸ ਲਈ ਉਹ ਗਰੇਜ ਨਹੀਂ ਕਰਦੇ, ਵਰਤਦੇ ਨਹੀਂ ਗਰੇਜ ਕਿ ਅਸੀਂ ਨਹੀਂ ਜਾਂਦੇ ਉੱਤੇ ਸਾਡੇ ਮੋਰਚੇ ਨੂੰ ਧਾਰਕੂ। ਉਹਨਾਂ ਦਾ ਆਪਦੇ ਆਪ ਨੂੰ ਕੱਦ ਵੱਡਾ ਸਮਝਦੇ ਨੇ ਇਸ ਮਾਮਲੇ 'ਚ। ਇਹ ਸਾਡਾ ਉੱਤੇ ਜਿਹੜੇ ਛੋਟੇ ਬੰਦੇ ਬੋਲਣਗੇ ਜਥੇਬੰਦੀਆਂ ਸਾਨੂੰ ਕੋਈ ਪਰਵਾਹ ਨਹੀਂ। ਉਹਨਾਂ ਦਾ ਕੱਦ ਵੱਡਾ ਹੋ ਚੁੱਕਿਆ ਮੋਰਚੇ ਨਾਲੋਂ ਜੀ, ਤੁਹਾਡੇ ਤੋਂ ਕੱਦ ਵੱਡਾ ਹੋ ਚੁੱਕਿਆ ਜੀ, ਸੰਯੁਕਤ ਮੋਰਚੇ ਤੋਂ ਕੱਦ ਵੱਡਾ ਹੋ ਚੁੱਕਿਆ ਜੀ। ਸਵਾਲ ਇਹ ਹੈ ਵੀ ਕੋਈ ਵੀ ਜਿਹੜਾ ਲੀਡਰ ਵੱਡਾ ਬਣਿਆ ਉਹ ਮੋਰਚੇ ਨੇ ਬਣਾਇਆ। ਜੇ ਕੋਈ ਲੀਡਰ ਸਮਝੇ ਮੋਰਚੇ ਤੋਂ ਵੱਡਾ ਹੈ ਤਾਂ ਮੈਂ ਨਹੀਂ ਸਮਝਦਾ ਇਹ ਠੀਕ ਹੈ। ਸਾਰੇ ਲੀਡਰ ਇੱਕ ਕਲੈਕਟਿਵ ਲੀਡਰਸ਼ਿਪ ਹੈ, ਇਕੱਠਾ ਫੈਸਲਾ ਹੁੰਦਾ। ਕੋਈ ਜਥੇਬੰਦੀ ਛੋਟੀ ਹੈ ਚਾਹੇ ਵੱਡੀ ਹੈ, ਉਹਦੀ ਬਰਾਬਰ ਦੀ ਇੰਪੋਰਟੈਂਸ ਹੈ। ਇੱਥੇ ਨਾ ਕੋਈ ਲੀਡਰ ਛੋਟਾ ਹੈ ਤੇ ਨਾ ਹੀ ਵੱਡਾ ਹੈ। ਕਲੈਕਟਿਵ ਫੈਸਲੇ ਹੁੰਦੇ, ਕਲੈਕਟਿਵ ਲਾਗੂ ਕਰਦੇ ਨੇ। ਇਸ ਲਈ ਇਹ ਮੋਰਚੇ ਦੀ ਦੌਲਤ ਹੈ, ਇਹ ਕਿਸੇ ਵੀ ਦਿਮਾਗ 'ਚ ਆਉਣਾ ਨਹੀਂ ਚਾਹੀਦਾ। ਪੰਗੂ ਸਾਹਿਬ ਇੱਕ ਸਵਾਲੇ ਦੇ ਨਾਲ ਲੱਗਦੇ ਸਵਾਲੇ ਆ। ਤੁਹਾਡੇ ਲੀਡਰ ਜਦੋਂ 26 ਨਵੰਬਰ ਨੂੰ ਇੱਥੇ ਪਹੁੰਚੇ ਤੇ ਕਹਿ ਕੇ ਸਾਨੂੰ ਜਾਣ ਦੀ ਕੋਈ ਪਰਵਾਹ ਨਹੀਂ, ਅਸੀਂ ਜਾਣ ਤਲੀ ਤੇ ਧਰ ਕੇ ਆਏ ਆ। ਹੁਣ ਤੁਹਾਡੇ ਲੀਡਰ ਸਿਕਿਉਰਿਟੀ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਪੁਲਿਸ ਪੰਜਾਬ ਪੁਲਿਸ ਸੁਰੱਖਿਆ ਦਿੰਦੀ ਲੱਗ ਜਾਂਦੇ ਨੇ। ਹੁਣ ਡਰ ਹੋ ਗਿਆ, ਹੁਣ ਜਾਣ ਦਾ ਖਤਰਾ ਪੈ ਗਿਆ। ਉਦੋਂ ਗੱਲਾਂ ਹੋਰ ਸੀ, ਹੁਣ ਗੱਲਾਂ ਹੋਰ ਨੇ ਜੀ। ਡਰ ਸੀ ਉਹਨਾਂ ਨੂੰ ਕੋਈ ਥ੍ਰੈਟ ਹੈਗਾ ਜੀ ਇਹ ਮਾਮਲੇ ਦੇ ਵਿੱਚ, ਕਿਉਂਕਿ 26 ਨਵੰਬਰ ਨੂੰ ਸਟੇਜ ਤੋਂ ਮੰਚ ਤੋਂ ਗੱਲ ਕਹੀ ਸਾਨੂੰ ਕੋਈ ਜਾਣ ਦੀ ਪਰਵਾਹ ਨਹੀਂ, ਅਸੀਂ ਕਦੇ ਸੁਰੱਖਿਆ ਨਹੀਂ ਲਵਾਂਗੇ। ਹੁਣ ਸੁਰੱਖਿਆ ਵੀ ਲਈ ਜਾ ਰਹੀ ਹੈ, ਬਕਾਇਦਾ ਤੌਰ ਤੇ ਉਹਨਾਂ ਨੂੰ ਪਾਇਲਟ ਗੱਡੀਆਂ ਵੀ ਲੈ ਕੇ ਜਾ ਰਹੀਆਂ ਮੰਚ ਕੌਣ ਘਰ ਤੋਂ ਮੰਚ ਤੱਕ। ਦੇਖੋ ਗੱਲ ਹੈ ਵੀ ਜਿਹੜੀ ਕਿਸਾਨ ਲੀਡਰਸ਼ਿਪ ਹੈ ਇਹ ਲੋਕਾਂ ਦੀ ਲੀਡਰਸ਼ਿਪ ਹੈ। ਲੋਕ ਇਹਨਾਂ ਦੇ ਪਿੱਛੇ ਨੇ, ਕਿਸਾਨ ਇਹਨਾਂ ਦੇ ਪਿੱਛੇ ਨੇ। ਸਾਨੂੰ ਕਿਸੇ ਸੁਰੱਖਿਆ ਦੀ ਕੋਈ ਲੋੜ ਨਹੀਂ, ਸਾਨੂੰ ਕਿਸੇ ਦੀ ਕੋਈ ਲੋੜ ਨਹੀਂ। ਨਾ ਅਸੀਂ ਸਰਕਾਰੀ ਸੁਰੱਖਿਆ ਲਿੱਤੀ ਹੈ ਤੇ ਨਾ ਹੀ ਲੈਣ ਦੇ ਹੱਕ ਦੇ ਵਿੱਚ ਨੇ। ਪੰਗੂ ਸਾਹਿਬ ਲਈ ਇਸੇ ਲਈ ਕਹਿ ਰਹੇ ਜੇ ਕੋਈ ਸਰਕਾਰ ਇਹ ਸਮਝਦੀ ਹੈ ਕੋਈ ਲੀਡਰ ਕਿਤੇ ਜਾਂਦਾ ਉਹ ਆਪਣੇ ਆਪ ਕੋਈ ਗੱਡੀ ਪਿੱਛੇ ਭਜਾ ਦੇਵੇ ਤਾਂ ਮੇਰਾ ਖਿਆਲ ਵੀ ਇਹ ਠੀਕ ਨਹੀਂ ਹੈ। ਤਾਂ ਉਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ ਔਰ ਲੀਡਰਸ਼ਿਪ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਜੇ ਕੋਈ ਰੁਝਾਨ ਪਏ। ਤੁਸੀਂ ਕਹਿ ਰਹੇ ਹੋ ਅਸੀਂ ਇਹਦੇ ਹੱਕ ਦੇ ਵਿੱਚ ਨਹੀਂ ਹੈ, ਅਸੀਂ ਕਿਸੇ ਕਿਸਮ ਦੀ ਸਰਕਾਰੀ ਸੁਰੱਖਿਆ ਦੇ ਹੱਕ ਦੇ ਵਿੱਚ ਨਹੀਂ, ਅਸੀਂ ਵਿਰੋਧ ਕਰਦੇ ਹਾਂ। ਅੰਦੋਲਨ ਤੇਜ਼ ਕਰਨ ਦੀ ਗੱਲ ਲਗਾਤਾਰ ਕਰ ਰਹੇ ਹੋ, ਅੰਦੋਲਨ ਤੇਜ਼ ਕਿਵੇਂ ਹੋਊਗਾ? ਕੀ ਪ੍ਰਪੋਜ਼ਲ ਕੀ ਹੈ ਤੁਹਾਡਾ, ਜਾਂ ਤੁਸੀਂ ਆਉਣ ਵਾਲੇ ਸਮੇਂ ਦੀ ਨੌਜਵਾਨ ਤਾਂ ਕਹਿਣ ਲੱਗੇ, ਨੌਜਵਾਨ ਕਹਿੰਦੇ ਤੁਸੀਂ ਨੌਜਵਾਨ ਸਟੇਜਾਂ ਤੋਂ ਕਹਿਣ ਲੱਗੇ ਜਾਂ ਦੀਪ ਸਿੱਧੂ ਦਾ ਜਿਹੜਾ ਕਾਡਰ ਉਹਨਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਲੱਖਾ ਧਾਣਾ ਕਿਉਂਕਿ ਲੱਖਾ ਧਾਣਾ ਔਰ ਦੀਪ ਸਿੱਧੂ ਦੇ ਖਿਲਾਫ ਬਹੁਤ ਵੱਡੇ ਨਾਅਰੇ ਵੀ ਲੱਗੇ ਨੇ 27 ਨੂੰ। ਕੀ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਹੋਊਗੀ ਖੁੱਲ ਕੇ, ਜਾਂ ਸੰਯੁਕਤ ਕਿਸਾਨ ਮੋਰਚਾ ਕੋਈ ਕ੍ਰਾਈਟੇਰੀਆ ਤੈਅ ਕਰੂਗਾ ਕਿ ਆਹ ਬੋਲਿਆ ਜਾ ਸਕਦਾ ਨਹੀਂ ਬੋਲਿਆ ਜਾ ਸਕਦਾ? ਬਿਲਕੁਲ ਕ੍ਰਾਈਟੇਰੀਆ ਤੈਅ ਹੈ। ਕੋਈ ਵੀ ਲੀਡਰ, ਕੋਈ ਜਥੇਬੰਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦਾ ਡਿਸਪਲਿਨ ਮੰਨਦੀ ਹੈ ਕੇਵਲ ਉਸ ਨੂੰ ਹੀ ਅਲਾਉਡ ਹੈ ਇੱਥੇ ਬੋਲਣਾ। ਲੱਖਾ ਧਾਣਾ ਹੋਵੇ, ਦੀਪ ਸਿੱਧੂ ਹੋਵੇ, ਅਸੀਂ ਬੜੀ ਵਾਰੀ ਸਾਫ਼ ਕੀਤਾ ਸਾਡੇ ਇਸ ਅੰਦੋਲਨ ਦਾ ਪਾਰਟ ਨਹੀਂ ਹੈ। ਜੇ ਕੋਈ ਸਾਡਾ ਨੌਜਵਾਨਾਂ ਨੂੰ ਖੁੱਲਾ ਸੱਦਾ ਹੈ। ਨੌਜਵਾਨ ਸਾਰੇ ਲੱਖੇ ਧਾਣੇ, ਦੀਪ ਸਿੱਧੂ ਨਾਲ ਨਹੀਂ ਹੈ। ਨੌਜਵਾਨ ਜਥੇਬੰਦੀ ਦੇ ਵਿੱਚ ਨੇ, ਸਾਡੇ ਵਿੱਚ ਨੌਜਵਾਨ ਨੇ, ਸਾਰੇ ਨੌਜਵਾਨ ਸਾਡੇ ਨਾਲ ਨਹੀਂ ਹੈ। ਸਾਡਾ ਨੌਜਵਾਨਾਂ ਨੂੰ ਖੁੱਲਾ ਸੱਦਾ ਹੈ ਜਿਹੜੇ ਨੌਜਵਾਨ ਜਥੇਬੰਦੀਆਂ ਡਿਸਪਲਿਨ ਦੇ ਵਿੱਚ ਨੇ, ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਮੰਨਦੇ ਨੇ, ਬਾਕੀ ਜਥੇਬੰਦੀ ਦੀ ਅਗਵਾਈ ਮੰਨਦੇ ਨੇ, ਉਹ ਨੌਜਵਾਨਾਂ ਨੂੰ ਖੁੱਲਾ ਸੱਦਾ ਹੈ। ਜਿਹੜੇ ਅੰਦੋਲਨ ਦਾ ਪਾਰਟ ਨਹੀਂ ਉਹਨਾਂ ਨੂੰ ਕੋਈ ਸੱਦਾ ਨਹੀਂ ਸਾਡਾ ਹੈ। ਤੁਸੀਂ ਡਿਸਪਲਿਨ ਦੀ ਗੱਲ ਕੀਤੀ, ਤੁਹਾਡੇ ਲੀਡਰ ਹੀ ਡਿਸਪਲਿਨ ਤੋਂ ਬਾਹਰ ਨੇ। ਇੱਕ ਪਾਸੇ ਪ੍ਰੈਸ ਕਾਨਫਰੰਸ ਕਹਿੰਦੇ ਕਿ ਅਸੀਂ ਮਹਾਪੰਚਾਇਤਾਂ ਦੇ ਨਹੀਂ ਜਾਵਾਂਗੇ ਜਾਂ ਅਸੀਂ ਨਹੀਂ ਕਰਾਂਗੇ, ਫਿਰ ਉਹਨਾਂ ਲਈ ਕੋਈ ਕੜੜਾ ਨੋਟਿਸ ਲਿਆ ਜਾਊਗਾ? ਉਹਨਾਂ ਨੂੰ ਉਹਦੇ ਮੁੱਖ ਮਹਿਮਾਨ ਵੱਲੋਂ ਜਾ ਰਹੇ ਨੇ। ਕੋਈ ਨਹੀਂ ਹੁਣ ਰਾਜੇਵਾਨ ਸਾਹਿਬ ਸਿੰਘ ਫੂਲ ਤੇ ਹੋਇਆ ਜੋ ਆਪਣਾ ਰੋਜ਼ੂ ਸਿੰਘ ਮਾਨਸਾ ਨੇ, ਉਗਰਾਹਾ ਸਾਹਿਬ ਨੇ,
ਮਹਿੰਗਾ ਸਾਹਿਬ ਤੇ ਹੋਇਆ ਕਿ ਉਹੀ ਚਨੂਨੀ ਸਾਹਿਬ ਤੇ ਚਨੂਨੀ ਸਾਹਿਬ ਸੰਯੁਕਤ ਕਿਸਾਨ ਮੋਰਚੇ ਕਿ ਹੁਣ ਰਾਜੇਵਾਲ ਸਾਹਿਬ ਰੁੱਧੂ ਮਾਨਸਾ ਇਹਨਾਂ ਤੇ ਵੀ ਇਹੋ ਜਿਹਾ ਐਕਸ਼ਨ ਦੇਖਣ ਨੂੰ ਮਿਲੇਗਾ। ਸਭ ਦੇ ਬਰਾਬਰ ਦਾ ਹੋਊ। ਦੇਖੋ ਅਜੇ ਤੱਕ ਇਹ ਹੈ, ਆਪਾਂ ਇੰਨਾ ਐਡਵਾਂਸ ਨਾ ਜਾਈਏ, ਇੰਨਾ ਐਡਵਾਂਸ ਨਾ ਜਾਈਏ। ਉਹਨਾਂ ਦੇ ਫੈਸਲੇ ਐਡਵਾਂਸ ਸੀ। ਅਜੇ ਤੱਕ ਇਹ ਸੀ 32 ਕਿਸਾਨ ਜਥੇਬੰਦੀਆਂ 'ਚ ਇਹ ਡਿਸਕਸ ਹੋ ਗਿਆ ਸੀ ਵੀ ਅਸੀਂ ਇਸ ਤਰ੍ਹਾਂ ਦੀਆਂ ਪੰਚਾਇਤਾਂ ਜੇ ਨਹੀਂ ਕਰਨੀਆਂ, ਠੀਕ ਹੈ। ਜੇ ਕਿਤੇ ਹੋਣੀਆਂ ਨੇ ਤਾਂ ਉਹਨਾਂ ਵਿੱਚ ਡਿਸਕਸ ਕਰਕੇ ਪਾਸ ਫੈਸਲਾ ਕਰਕੇ ਕੀਤੀਆਂ ਜਾ ਸਕਦੀਆਂ। ਪੰਗੂ ਸਾਹਿਬ ਇਹ ਹੋਇਆ ਸੀ। ਇਹ ਇਸ ਲਈ ਜੇ ਕਿਤੇ ਸੰਯੁਕਤ ਕਿਸਾਨ ਮੋਰਚਾ ਨੇ ਆਰਗੇਨਾਈਜ਼ ਨਹੀਂ ਕੀਤੀਆਂ, ਜੇ ਕਿਤੇ ਕੋਈ ਆਰਗੇਨਾਈਜ਼ ਹੋਈ ਹੈ ਔਰ ਲੀਡਰਸ਼ਿਪ ਨੂੰ ਕਿਤੇ ਇਸ ਤਰ੍ਹਾਂ ਇੰਡੀਵਿਜੂਅਲ ਕੁਐਸਚਨ ਸੱਦਿਆ ਗਿਆ, ਠੀਕ ਹੈ, ਉਹ ਡਿਫਰੈਂਟ ਹੈ। ਪਰ ਆਰਗੇਨਾਈਜ਼ ਸਾਡੇ ਵੱਲੋਂ ਅੱਗੇ ਨਹੀਂ ਧਰੀਆਂ ਗਈਆਂ ਔਰ ਜੇ ਰੁਝਾਨ ਜਾਰੀ ਹੈ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਅੱਜ ਵੀ ਅਸੀਂ ਨੋਟਿਸ ਲਿਆ ਔਰ 28 ਤਰੀਕ ਦੀ ਮੀਟਿੰਗ ਅਸੀਂ ਤਾਂ ਹੀ ਬੁਲਾਈ ਆ ਸਪੈਸ਼ਲ। ਉਹਦੇ ਵਿੱਚ ਨੋਟਿਸ ਕਿਹੋ ਜਿਹਾ, ਇੱਕ ਪਾਸੇ ਮੇਰੀ ਗੱਲ ਸੁਣੋ, ਹਰਪਾਲ ਜੁਨੇਜਾ ਨਹੀਂ ਹਰਪਾਲ ਸੰਘਾ ਸਾਹਿਬ ਔਰ ਸੁਰਜੀਤ ਸਿੰਘ ਪੂਲ ਤੇ ਉਹਨਾਂ ਨੇ ਇਲਜ਼ਾਮ ਸਾਨੂੰ ਬਿਨਾਂ ਪੁੱਛੇ ਦਿੱਤੇ ਸਾਨੂੰ 32 ਜਥੇਬੰਦੀਆਂ ਬਾਹਰ ਕਰਤਾ। ਚਨੂਨੀ ਸਾਹਿਬ ਨੇ ਇੱਕ ਪੋਲੀਟੀਕਲ ਪਾਰਟੀਆਂ ਨਾਲ ਮੀਟਿੰਗ ਕੀਤੀ, ਉਹਨੂੰ 24 ਘੰਟੇ ਲਈ ਬਰਖਾਸਤ ਕਰਤਾ ਕਿ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਕਿ ਉਹਨਾਂ ਲੀਡਰ ਕੱਦ ਕਿਸਾਨ ਤੁਹਾਡੇ ਤੋਂ ਵੱਡਾ ਹੋ ਗਏ, ਇਸ ਲਈ ਐਕਸ਼ਨ ਨਹੀਂ ਹੋ ਰਿਹਾ ਜਾਂ ਕੋਈ ਡਰ ਹੈ ਕਿ ਐਕਸ਼ਨ ਲਿਆ ਤਾਂ ਕੋਈ ਅੰਦੋਲਨ ਨੂੰ ਇਹ ਨਹੀਂ ਹੈ। ਜਿਹੜਾ ਕੋਈ ਮਿਸਟੇਕ ਕਰਨ ਤੋਂ ਬਾਅਦ ਕਰੈਕਟ ਕਰਦਾ ਹੈ, ਸੁਖਜੀਤ ਫੂਲਦਨ ਦੀ ਗੱਲ ਕੀਤੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਕੁਝ ਹੋਇਆ ਇਹਨਾਂ ਨੇ ਕਰੈਕਟ ਕੀਤਾ, ਆਪਣਾ ਮੰਨਿਆ ਆ ਕੇ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ। ਗੁਰਨਾਮ ਸਿੰਘ ਝੁੰਡੇਨੀ ਉਹਨਾਂ ਨੇ ਬੈਠੇ, ਜੋਗਿੰਦਰ ਯਾਦਵ ਜੀ ਸੰਯੁਕਤ ਕਿਸਾਨ ਮੋਰਚੇ ਚ ਆਏ, ਉਹਨਾਂ ਨੇ ਐਕਸਪਲੇਨ ਕੀਤਾ ਕਿ ਇਹ ਸੀ ਉਹ ਕਰੈਕਟ ਹੋਇਆ, ਇਸ ਲਈ ਐਸੀ ਕੋਈ ਗੱਲ ਨਹੀਂ ਹੈ। ਸਾਰੇ ਸਾਹਿਬ ਕੀਤੇ ਗਏ ਨੇ ਜੋ ਸਸਪੈਂਡ ਕੀਤੇ ਗਏ, ਇਹ ਸਵਾਲ ਉਹਨਾਂ ਨੂੰ ਸਸਪੈਂਡ ਜਾਂ ਉਹਨਾਂ ਨੂੰ ਕੋਈ ਇਹਨਾਂ ਨੂੰ ਦੱਸੋ ਇਨਵੀਟੇਸ਼ਨ ਆਂਦਾ ਦੱਸੋ ਨਹੀਂ ਸਸਪੈਂਡ ਵੱਲੋਂ ਕੋਈ ਸੰਯੁਕਤ ਕਿਸਾਨ ਮੋਰਚਾ ਕੇਜਰੀਵਾਲ ਸਾਹਿਬ ਵੱਲੋਂ ਅੱਜ ਮੀਟਿੰਗ ਬੁਲਾਈ ਗਈ। ਮੈਨੂੰ ਲੱਗਦਾ ਤੁਸੀਂ ਜ਼ਿਆਦਾ ਕਾਹਲੇ ਜੀ। ਅਸੀਂ ਜੇ ਸੁਰਜੀਤ ਫੂਲ ਜਾਂ ਹਰਪਾਲ ਹਰਪਾਲ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਸੀ, ਉਹਦੀ ਬਕਾਇਦਾ ਕਮੇਟੀਆਂ ਬਣੀਆਂ। ਦੇਖੋ ਮੀਟਿੰਗ ਨਹੀਂ ਤੁਸੀਂ ਮੈਂ ਬੇਨਤੀ ਕਰਾਂ ਜਗਮੋਹਨ ਜੀ, ਤੁਸੀਂ ਸਭ ਸਵਾਲ ਲੈ ਲਓ। ਸਵਾਲ ਇਹ ਸੀ ਕਿ ਤੁਸੀਂ ਕਹਿੰਦੇ ਹੋ ਇਨਵੀਟੇਸ਼ਨ ਆਇਆ ਤੇ ਉਹ ਉੱਥੇ ਚਲੇ ਗਏ। ਇਹਨਾਂ ਦੇ ਵਿੱਚ ਨੌਜਵਾਨ ਕੋਈ ਪੋਲੀਟੀਕਲੀ ਵੀ ਹੋ ਸਕਦੇ ਨੇ, ਕਿਸੇ ਪਾਰਟੀ ਨਾਲ ਜੁੜੇ ਹੋ ਸਕਦੇ ਨੇ, ਫਿਰ ਕੀ 2022 ਨੂੰ ਲੈ ਕੇ ਤਿਆਰੀ ਕਰ ਰਹੇ ਨੇ ਇਹ ਸਭ ਕੁਝ? ਬਿਲਕੁਲ ਨਹੀਂ, 2022 ਨਾਲ ਕਿਸੇ ਕੋਈ ਤਲਕ ਨਹੀਂ, ਨਾ ਇਹ ਕਿਸਾਨ ਜਥੇਬੰਦੀ ਦਾ ਕੋਈ ਤਲਕ ਹੈ, ਇਹ ਕੋਈ ਪੋਲੀਟੀਕਲ ਪਲੇਟਫਾਰਮ ਨਹੀਂ। ਕਿੰਨੇ ਵਾਰੀ ਅਸੀਂ ਬੋਲਿਆ ਇੱਥੇ ਸਟੇਜ ਦੇ ਉੱਪਰ ਕਿਸੇ ਪੋਲੀਟੀਕਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਨੇ ਅੱਜ ਤੱਕ ਸਟੇਜ ਸ਼ੇਅਰ ਨਹੀਂ ਕੀਤੀ, ਨਾ ਕੋਈ ਅਲਾਉਡ ਹੈ। ਇਹ ਨਰੋਲ ਨਾਨ ਪੋਲੀਟੀਕਲ ਐਜੀਟੇਸ਼ਨ ਹੈ ਔਰ ਉਸ ਦੇ ਵਿੱਚ ਚੱਲ ਰਹੀ ਹੈ। ਮਹਾ ਪੰਚਾਇਤ ਕਰ ਰਹੇ, ਜੇ ਇਨਵੀਟੇਸ਼ਨ ਆਉਂਦਾ ਤੁਹਾਡੇ ਆਗੂ ਉਹ ਕੇਜਰੀਵਾਲ ਦੀ ਮਹਾ ਪੰਚਾਇਤ ਦੇ ਵਿੱਚ ਜਾਣਗੇ। ਦੇਖੋ ਪਹਿਲਾਂ ਤੁਸੀਂ ਇਹ ਪੁੱਛਿਆ ਵੀ ਕੇਜਰੀਵਾਲ ਸਾਹਿਬ ਨੇ ਅੱਜ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ, ਕਿਸਾਨ ਜਥੇਬੰਦੀਆਂ ਕੋਲ ਕੋਈ ਮੈਸੇਜ ਨਹੀਂ, ਕੋਈ ਇਨਵੀਟੇਸ਼ਨ ਨਹੀਂ ਫਾਰਮਲ, ਇਸ ਲਈ ਕੋਈ ਉੱਥੇ ਗਿਆ ਨਹੀਂ। ਗੱਲ ਸਾਫ਼ ਕਰਦੀ ਅਸੀਂ ਪਹਿਲਾਂ ਵੀ ਕੀਤੀ ਨਹੀਂ। ਸਾਡੇ ਸੰਯੁਕਤ ਕਿਸਾਨ ਮੋਰਚੇ ਦੇ 32 ਕਿਸਾਨ ਜਥੇਬੰਦੀਆਂ ਨੂੰ ਕੋਈ ਇਨਵੀਟੇਸ਼ਨ ਨਹੀਂ, ਕੋਈ ਮੈਸੇਜ ਨਹੀਂ, ਕੋਈ ਸਾਡੇ ਜੋ ਗਿਆ ਨਹੀਂ। ਆਪਾਂ ਇਸ ਨੂੰ ਕਿਸ ਤਰ੍ਹਾਂ ਕਹਦੇ ਰੁੱਧੂ ਸਿੰਘ ਮਾਨਸਾ ਨੂੰ ਸੱਦਾ ਮਿਲ ਜਾਂਦਾ ਜਾਂ ਤੁਹਾਨੂੰ ਸੱਦਾ ਮਿਲ ਜਾਂਦਾ ਸੰਯੁਕਤ ਕਿਸਾਨ ਮੋਰਚੇ ਨੂੰ, ਤੁਸੀਂ ਕੇਜਰੀਵਾਲ ਸਾਹਿਬ ਦੀ ਜਿਹੜੀ ਮਹਾ ਪੰਚਾਇਤ ਉਹ ਤੇ ਜਾਓਗੇ ਜਾਂ ਨਹੀਂ ਜਾਓਗੇ? ਨਹੀਂ, ਬਿਲਕੁਲ ਨਹੀਂ ਜਾਵਾਂਗੇ। ਅੱਛਾ ਜੀ, ਅੱਜ ਜੇ ਕੇਜਰੀਵਾਲ ਪੋਲੀਟੀਕਲ ਮਹਾ ਪੰਚਾਇਤ ਸੱਦਾ ਨੇ ਸਾਡਾ ਕੋਈ ਸਰੋਕਾਰ ਨਹੀਂ, ਅਸੀਂ ਬਿਲਕੁਲ ਨਹੀਂ ਜਾਵਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਗੱਲ ਆਖੀ ਹੈ ਕਿ 2 ਸਾਲ ਵਾਲੇ ਪ੍ਰਪੋਜ਼ਲ ਦੇ ਉੱਪਰ ਚਰਚਾ ਕਰ ਲੈਣੀ ਚਾਹੀਦੀ ਹੈ। ਗਿਵ ਐਂਡ ਟੇਕ ਦੀ ਗੱਲ ਹੁੰਦੀ ਹੈ, ਜਿਹਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ। ਤੁਸੀਂ ਮੁੱਖ ਮੰਤਰੀ ਦੇ ਬਿਆਨ ਨਾਲ ਸਹਿਮਤ? ਬਕਾਇਦਾ ਦੇਖੋ ਉਹਨਾਂ ਦੀ ਪ੍ਰਪੋਜ਼ਲ ਹੈ ਇਹ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਹੈ, ਸਾਡੀ ਪ੍ਰਪੋਜ਼ਲ ਤਾਂ ਨਹੀਂ। ਸਾਡਾ ਤਾਂ ਕੇਸ ਸਾਫ਼ ਹੈ, ਅਸੀਂ ਤਾਂ 3 ਕਾਨੂੰਨ ਰੱਦ ਕਰਾਣੇ, ਐਮਐਸਪੀ ਦੇ ਕਾਨੂੰਨ ਬਣਾਉਣਾ। ਇਸ ਬਾਰੇ ਸੰਯੁਕਤ ਕਿਸਾਨ ਮੋਰਚਾ 32 ਕਿਸਾਨ ਜਥੇਬੰਦੀਆਂ, ਸਾਨੂੰ ਤਾਂ ਉਹ 2 ਸਾਲ ਕਿਹਾ, ਸਾਨੂੰ ਤਾਂ 2.5 ਸਾਲ ਦੀ ਪ੍ਰਪੋਜ਼ਲ ਆ ਗਈ ਸੀ, 3 ਸਾਲ ਤੱਕ ਵੀ ਪ੍ਰਪੋਜ਼ਲ ਆਉਣ ਲਈ ਤਿਆਰ ਸੀ। ਅਸੀਂ ਇਹ ਨਹੀਂ, ਉਹਨਾਂ ਨੇ ਹਵਾਲਾ ਦੇਤਾ, ਉਹਨਾਂ ਦਾ ਧੰਨਵਾਦ ਹੈ, ਹਵਾਲਾ ਦੇਣ ਉਹ ਦੇ ਸਕਦੇ ਮੁੱਖ ਮੰਤਰੀ ਨੇ, ਪਰ ਫੈਸਲਾ ਕਿਹਨੇ ਕਰਨਾ? ਫੈਸਲਾ ਸੰਯੁਕਤ ਕਿਸਾਨ ਮੋਰਚਾ ਨੇ ਕਰਨਾ। ਉਹਨਾਂ ਨੇ ਫੈਸਲਾ ਅਧਿਕਾਰ ਖੇਤਰ ਵਿੱਚ ਸੀ ਪ੍ਰਪੋਜ਼ਲ ਦੇਣਾ ਮੁੱਖ ਮੰਤਰੀ। ਇਹ ਉਹਨਾਂ ਨੂੰ ਪੁੱਛੋ ਕਿ ਆਇਆ ਉਹ ਸੈਂਟਰਲ ਗਵਰਨਮੈਂਟ ਦੇ ਬਣਾਏ ਹੋਏ ਕਾਨੂੰਨ ਔਰ ਸੈਂਟਰਲ ਗਵਰਨਮੈਂਟ ਨੇ ਜੋ ਫੈਸਲਾ ਕਰਨਾ ਹੈ ਉਹਦੇ ਬਾਰੇ ਉਹ ਪ੍ਰਪੋਜ਼ਲ ਦੇਣ ਨੂੰ ਸਮਰੱਥ ਹੈ ਕਿ ਨਹੀਂ ਹੈ, ਇਹ ਜਵਾਬ ਉਹਨਾਂ ਤੋਂ ਲੈਣਾ। ਪਿੱਛੇ ਦੀ ਖੇਡ ਕਿਸ ਤੁਹਾਨੂੰ ਪਿੱਛੇ ਨਜ਼ਰ ਆਉਂਦੀ ਆ, ਪਿੱਛੇ ਦੀ ਤਸਵੀਰ ਕੀ ਨਜ਼ਰ ਆਉਂਦੀ ਆ? ਕੈਪਟਨ ਅਮਰਿੰਦਰ ਸਿੰਘ ਨੂੰ 2 ਸਾਲ ਹੀ ਕਹਿ ਰਹੇ ਨੇ ਕਿ ਸਸਪੈਂਸ਼ਨ ਕਰਾ ਕੇ ਵਾਪਸ ਆਓ, ਪਿੱਛੇ ਦੀ ਕੋਈ ਤਸਵੀਰ ਤੁਹਾਨੂੰ ਨਜ਼ਰ आती है? कोई तस्वीर? अब मैं सिर्फ 2 बात कहना चाहता था दोस्तों, ये जो अपनी बहुत लंबी चर्चा हुई, मैं थोड़ा सा हैरान था, हो सकता है मैं पूरा पंजाब की स्थिति से वाकिफ ना हूं। संयुक्त किसान मोर्चा के पंजाब के 32 संगठनों ने फैसला लिया कि हम ऑर्गेनाइज नहीं करेंगे, उस पे बैन था।
किसी के इंडिविजुअल जाने पे फिलहाल कोई बैन नहीं है। आज इस पे बड़ी चर्चा हुई, सारी बातें हैं, और मुझे पूरा यकीन है कल को अगर कोई बैन लगता है कोई लीडर उसको वायलेट नहीं करेगा। आज की तारीख में जो नॉर्म है वो अलग है। मैं सिर्फ इतना जाहिर करना चाहता था। दूसरा जो आपने सवाल पूछा है, मैं तो वाकई हैरान हूं। संयुक्त किसान मोर्चा कहे कोई बात तो समझ आता है, सेंट्रल गवर्नमेंट कहे तो समझ आती है, सेंट्रल गवर्नमेंट ने ऑफर करना है। कैप्टन साहब किसके बिहाफ पे ऑफर दे रहे हैं मैं तो समझ भी नहीं पाता। क्या कैप्टन साहब कह रहे हैं कि सेंट्रल गवर्नमेंट से उनकी इतनी नजदीकी है कि उसके बिहाफ पे वो ऑफर कर रहे हैं किसानों को? अगर वो ऐसा कुछ कहते हैं तो शायद समझना होगा हमें। इस मौके पे इस किस्म का ऑफर, सजेशन, जब चीफ मिनिस्टर सजेशन देता है तो इतनी इनोसेंट बात नहीं होती। वो सिर्फ एक सजेशन नहीं होता सड़क पे चलते हुए दोस्त का। चीफ मिनिस्टर मूवमेंट के स्टेज के ऊपर इस तरह का सजेशन दे, ये बहुत ऑड सी चीज है। लेकिन उन्होंने ये भी कहा है कि पाकिस्तान डिस्टर्ब कर सकता है, इसलिए जल्दी मान लेना चाहिए, क्योंकि कश्मीर को डिस्टर्ब किया पाकिस्तान ने और पंजाब में भी बॉर्डर लगता है, पंजाब में भी माहौल गड़बड़ा सकता है। ये बात भी कही है उन्होंने। ਪਿੱਛੇ ਦੀ ਤਸਵੀਰ ਕੋਈ ਤੁਹਾਨੂੰ ਨਜ਼ਰ ਆਉਂਦੀ ਹੈ? ਪੋਲੀਟੀਕਲ ਗੇਮ ਕੋਈ ਨਜ਼ਰ ਆਉਂਦੀ ਆ? 2022 ਦੇ ਉੱਤੇ ਆ, ਉਧਰੋਂ ਕਹਿੰਦੇ ਕੁਝ ਈਡੀ ਦੀਆਂ ਫਾਈਲਾਂ ਵੀ ਜਿਹੜੀਆਂ ਹੈਗਾ ਰਾਣੀਂਦਰ ਦੀਆਂ ਜਿਹੜੀਆਂ ਹੈਗਾ ਈਡੀ ਕਦੋਂ ਵੀ ਖੋਲ ਸਕਦੀ, ਕਿਤੇ ਇਹ ਜਿਹੀ ਤਸਵੀਰ ਤੁਹਾਨੂੰ ਨਜ਼ਰ ਆਉਂਦੀ ਹੋਵੇ? तस्वीर आपको नजर आ रही है, अगली बात करेंगे बात। उन्होंने सैंडविच को बहुत क्लियर नहीं सवारे। एक नौजवान ये कहते ने, नौजवान कह रहे ने कि जी ਸਾਨੂੰ 26 ਜਨਵਰੀ ਨੂੰ ਪਹਿਲਾਂ ਆਊਟਰ ਰਿੰਗ ਰੋਡ ਦਾ ਸੀਗਾ, ਉਹ ਥੋੜਾ ਜਿਹਾ ਬੈਕ ਲੈ ਕੇ ਜਾ ਰਿਹਾ ਮੈਂ। ਉਹ ਕਹਿੰਦੇ ਪਹਿਲਾਂ ਆਊਟਰ ਰਿੰਗ ਰੋਡ ਦਾ ਕਹਿ ਕੇ ਤੱਤੇ ਭਾਸ਼ਣ ਦੇ ਕੇ ਸਾਨੂੰ ਸਟੇਜ ਤੋਂ ਜਦੋਂ ਭਾਸ਼ਣ ਦਿੱਤੇ ਤੱਤੇ ਦਿੱਲੀ ਦੀ ਹਿੱਕ ਤੇ ਜਾਣਾ, ਇੱਥੇ ਜਾਣਾ, ਉੱਥੇ ਜਾਣਾ। ਕਹਿੰਦੇ ਆਊਟਰ ਰਿੰਗ ਰੋਡ ਦੀ ਕਾਲ ਸੀ, ਲੱਖਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਆਏ ਪੰਜਾਬ ਤੋਂ, ਹਰਿਆਣਾ ਤੋਂ, ਦੇਸ਼ ਭਰ ਤੋਂ ਟਰੈਕਟਰ ਆਏ, ਕੋਈ ਦੋ ਰਾਏ ਨਹੀਂ। ਪਰ ਉਸ ਤੋਂ ਬਾਅਦ ਜਦੋਂ ਕਾਲ ਡਾਇਵਰਟ ਕਰ ਦਿੱਤੀ ਗਈ, ਕਾਲ ਤੁਸੀਂ ਬਦਲ ਲਈ, ਉਸ ਤੋਂ ਬਾਅਦ ਫਿਰ ਨੌਜਵਾਨਾਂ ਦੇ ਨੂੰ ਤਾਂ ਜਦੋਂ ਜੋਸ਼ ਆ ਗਿਆ, ਉਹਨਾਂ ਨੇ ਤਾਂ ਆਊਟਰ ਰਿੰਗ ਰੋਡ ਤੇ ਚਲੇ ਗਏ। ਫਿਰ ਉਸ ਤੋਂ ਬਾਅਦ ਅਗਲੇ ਦਿਨ ਹੀ ਗਦਾਰ ਐਲਾਨ ਦਿੱਤਾ ਜਾਂਦਾ, ਫਿਰ ਹੁਣ ਜ਼ਮਾਨਤਾਂ ਕਰਾ ਰਹੇ ਹੋ ਕੁਛ ਨਹੀਂ, ਪਰ ਅਗਲੇ ਦਿਨ ਸਟੇਜ ਤੋਂ ਜਿਹੜਾ ਮੋਰਲ ਡਾਊਨ ਕਰਨ ਵਾਲੀਆਂ ਚੀਜ਼ਾਂ ਸੀਗੀਆਂ, ਫਿਰ ਤੁਸੀਂ ਹੁਣ ਦੁਬਾਰਾ ਫਿਰ ਕਹਿ ਰਹੇ ਹੋ ਕਿ ਅੰਦੋਲਨ ਤੇਜ਼ ਕੀਤਾ ਜਾਊਗਾ। ਤਾਂ ਲੋਕ ਤੁਹਾਡੇ ਤੇ ਕਿਸ ਤਰੀਕੇ ਦੇ ਨਾਲ ਇਤਬਾਰ ਕਰਨ? ਸਵਾਲ ਇਹ ਵੀ ਹੈ ਕਿਉਂਕਿ ਨੌਜਵਾਨ ਆ ਜਾਣਗੇ। ਰਾਜੇਵਾਲ ਸਾਹਿਬ ਨੇ ਸਟੇਟਮੈਂਟ ਦਿੱਤੀ ਕਿ ਸਾਡਾ ਨੌਜਵਾਨ ਬਾਹਰ ਵਾਸਤਾ ਕੋਈ ਨਹੀਂ। ਕੱਲ ਨੂੰ ਜੇ ਫਿਰ ਇੱਕ ਵਾਰੀ ਕੋਈ ਹੈਵੀ ਹੁੰਦੀ ਆ ਕਿ ਤੁਹਾਡੀ ਜਥੇਬੰਦੀਆਂ ਇਹ ਨਾ ਕਹਿ ਸਾਡੇ ਤੋਂ ਨੌਜਵਾਨਾਂ ਨੂੰ ਬਾਹਰ ਵਾਸਤੇ ਹੈ, ਕਿਉਂ ਨੌਜਵਾਨਾਂ ਨੂੰ ਜਾਣੀ। ਕਿਉਂਕਿ ਰਾਜੇਵਾਲ ਸਾਹਿਬ ਦੀ ਠੀਕ ਸਟੇਟਮੈਂਟ ਉਸ ਵੇਲੇ ਹੋਈ ਜਦੋਂ ਬਹੁਤ ਸਾਰੇ ਨੌਜਵਾਨਾਂ ਦੇ ਪਰਚੇਦਾਰ ਜੋ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਤੇ, ਰਾਜੇਵਾਲ ਸਾਹਿਬ ਨੇ ਉਹਨਾਂ ਨੌਜਵਾਨ ਨੂੰ ਆਪਣਾ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜੀ ਪ੍ਰੈਸ ਕਾਨਫਰੰਸ। ਕਿਉਂਕਿ ਜੀ ਲੱਖਾ ਸਿਧਾਂਤ ਦਾ ਤੁਸੀਂ ਕਹਿ ਰਹੇ ਹੋ ਮੋਰਚੇ ਦਾ ਪਾਰਟ ਨਹੀਂ। ਹੁਣ ਪੰਜਾਬ ਦੇ ਵਿੱਚ ਬੜੀ ਵੱਡੀ ਰੈਲੀ ਕਰਨ ਜਾ ਰਹੇ ਨੇ ਨੌਜਵਾਨ, ਉਹਦੇ ਲਈ ਵੱਡੇ ਇਕੱਠ ਹੋਣ ਚਾਹੀਦਾ ਹੈ। एक पहला वाले सवाल का भी जवाब जरूर दे दो, बाकी आगे कोई नहीं, सारे करो। बहुत ज्यादा जब सवाल है और एक आधी चीज का मैं जवाब दे देता हूँ। डॉक्टर मित्तल भी कुछ कहना चाह रहे हैं। ये जो आप गर्मा गर्म भाषण, लोगों को उत्तेजित करना, आप ऐसा करो, मुझे 26 जनवरी से पहले 2 हफ्ते की फुटेज दिखा दो। मुझे याद है संयुक्त किसान मोर्चा की मीटिंग में 1 नहीं 5 बार चर्चा हुई इस तरह के गर्मा गर्म भाषण नहीं देने। जिन लोगों ने, सुन तो लो सर, अब बात सुन लो सर। कुछ लोगों ने जिन्हें भाषण दिए उनको मीटिंग के अंदर बुला के वार्निंग दी गई थी कि आप गलत भाषण दे रहे हो। ये मैं 26 जनवरी की बात नहीं कर रहा हूं, उससे 2 हफ्ते पहले की बात कर रहा हूं। आपके सामने एक बार नहीं, हम जैसे लोगों ने 10 बार आके कहा लाल किला कोई नेशनल मॉन्यूमेंट बिल्कुल नहीं। हमने कितनी बार कहा, याद होगा 14 जनवरी को जब वो कोई जस्टिस फॉर सिख ऐसे करके ऑर्गेनाइजेशन ने चिट्ठी रिलीज की थी, हमने आपके सामने कहा ये आंदोलन के दुश्मन है, दोस्त नहीं है। तो ये कहना कि हमने 26 जनवरी से पहले बहुत तथ्य भाषण दिए, लोगों को उत्तेजित कर दिया फिर छोड़ दिया, ये बात फैक्चुअली करेक्ट नहीं है मेरे दोस्त। यहीं पर इंटरव्यू जब हुए जब भी यही बात की थी, वो ऑन रिकॉर्ड है, कोई डिलीट नहीं हुई, वो सारी ऑन रिकॉर्ड है। ऑन रिकॉर्ड है सर। मैं संयुक्त किसान मोर्चा की ऑफिशियल पोजीशन के बारे में कह रहा हूं, जो कि आपके सामने इस प्रेस कॉन्फ्रेंस में एक बार नहीं कई बार प्रेजेंट की गई। और दूसरा जो आज उसके बाद जो भी हमारे साथियों के साथ जो हुआ है, संयुक्त किसान मोर्चा 100% उनके साथ खड़ा है, जिनके साथ जिनको प्रताड़ित किया जा रहा है, जिनको दमन किया जा रहा है, जिन पे झूठे मुकदमे बनाए जा रहे हैं, संयुक्त किसान मोर्चा उसके साथ है। वैसे इसी की सप्लीमेंट्री मैं एक बात बताऊं आपको
सारी दुनिया कह रही है कि ये आंदोलन पीसफुल है, ये महत्वपूर्ण है या भाषण महत्वपूर्ण है? नहीं, प्लीज एक्सक्यूज मी, नो नो, नहीं, एक मिनट, किसी भी हमारे देश की कोई भी ऑर्गेनाइजेशन एक्सेप्ट दिस गवर्नमेंट एंड द पुलिस, कोई ऑर्गेनाइजेशन वर्ल्ड लेवल की या इंडिया की ये नहीं कह रही कि इस आंदोलन में हिंसा हुई है। एंड टुडे इवन आज भी हम यही कह रहे हैं कि ये आंदोलन पीसफुल रहना ही इसकी जीत है। अगर वहां पे कोई गड़बड़ होती है तो वी विल लूज इट। इसीलिए मतलब एक सिक्के के दो पहलू पर आप काम कर रहे हैं, इसलिए सवाल उठ रहे हैं। 23 तारीख को बकायदा तौर पर स्टेज मंच पर ऐसा बोला गया था, आपके संयुक्त मोर्चा के अंडर आने वाली किसान जथेबंदियों ने ऐसे आगुओं ने ऐसे बयान दागे थे। साथियों, आपके प्रश्नों पर दो बातें मैं कहना चाह रहा हूं। पहली बात तो ये कि हमारे संयुक्त किसान मोर्चे की मांग रिपील है। अगर कोई सस्पेंशन की बात बोल रहा है तो हम समझते हैं कि कॉर्पोरेट पक्ष की मांग है कि इसको अभी सस्पेंड करा दिया जाए और उसके बाद रजामंदी लेकर 1.5 साल 2 साल 3 साल बाद लागू कर दिया जाए। और अगर कोई पार्टी का लीडर या मुख्यमंत्री इस बात को बोलता है तो इससे एक ही कंक्लूजन निकाला जा सकता है कि उनका अपना पक्ष क्या है। तो हमारी पोजीशन बहुत साफ है। दूसरी बात, ये किसान आंदोलन है, इसमें ये समझना ये अभी 9 महीने से चल रहा है, 8 महीने से चल रहा है और ये धीरे धीरे विकसित होता हुआ बढ़ा है। आज भी हमने आपको बताया कि ये लहर की तरह धीरे धीरे जिन सीमाओं तक था, पहले पंजाब, फिर हरियाणा, वेस्ट यूपी, राजस्थान, यूपी के बाकी क्षेत्र, बाकी सारे देश के अंदर धीरे धीरे लहरों की तरह भागीदारी बढ़ाते हुए शांतिपूर्वक ढंग से बढ़ रहा है। और इसी बिंदु का आपको अध्ययन करके देखना चाहिए। यही हम इसी के हिसाब से हमने अपनी रणनीति बनाई है। धन्यवाद। थैंक यू वेरी मच। आपके